ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 10ਵਾਂ ਭਾਗ ਹੋਲੀਆਂ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਿਉਹਾਰ ਵੀ ਗੁਰਮਤਿ ਦੇ ਅਨੁਕੂਲ ਨਹੀਂ ਹੈ। ਪ੍ਰਹਿਲਾਦ ਦੇ ਥਾਂ ਉਸ ਦੀ ਭੂਆ ਹੋਲਕਾ ਦੇ ਸੜ ਜਾਣ ਦੀ ਮਿਥਿਹਾਸਕ ਕਹਾਣੀ ਇਸ ਪਿੱਛੇ ਜੋੜੀ ਜਾਂਦੀ ਹੈ। ਹਿੰਦੂ ਮੱਤ ਦਾ ਇਹ ਤਿਉਹਾਰ ਫੱਗਣ ਸੁਦੀ 15 ਨੂੰ ਮਨਾਇਆ ਜਾਂਦਾ ਹੈ। ਕਈ ਦਿਨ ਪਹਿਲਾਂ ਹੀ ਲੋਕ ਇੱਕ ਦੂਜੇ 'ਤੇ ਰੰਗ ਅਤੇ ਕਈ ਪ੍ਰਕਾਰ ਦਾ ਗੰਧ ਆਦਿ ਸੁੱਟਣ ਦਾ ਕੋਝਾ ਸ਼ੁਗਲ ਆਰੰਭ ਕਰ ਦਿੰਦੇ ਹਨ। ਗਾਥਾ ਅਨੁਸਾਰ ਹਰਨਾਕਸ਼ ਨਾਮੀ ਦੈਂਤ ਰਾਜੇ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਖਤਮ ਕਰ ਦੇਣ ਦੇ ਕਈ ਯਤਨ ਕੀਤੇ, ਪਰ ਉਹ ਨਾ ਮਰਿਆ। ਆਖਰ ਕਥਿਤ ਹਰਨਾਕਸ਼ ਦੀ ਕਥਿਤ ਭੈਣ ਹੋਲਿਕਾ ਨੇ ਹਰਨਾਕਸ਼ ਦੈਂਤ ਨੂੰ ਦੱਸਿਆ ਕਿ ਉਸ ਨੂੰ ਅਗਨੀ ਦੇਵਤੇ ਦਾ ਵਰ ਹੈ ਕਿ ਉਹ ਉਸ ਨੂੰ ਕਦੇ ਨਹੀਂ ਸਾੜੇਗਾ। ਕਹਾਣੀ ਅਨੁਸਾਰ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਅਗਨ ਦੇਵਤੇ ਨੂੰ ਸ਼ਾਇਦ ਗਲਤੀ ਲੱਗ ਗਈ। ਉਸ ਨੇ ਭੁਲੇਖੇ ਨਾਲ ਹੋਲਿਕਾ ਨੂੰ ਸਾੜ ਦਿੱਤਾ ਤੇ ਪ੍ਰਹਿਲਾਦ ਨੂੰ ਸੇਕ ਤੱਕ ਨਾ ਲਾਇਆ। ਬਸ ਪ੍ਰਹਿਲਾਦ ਦੇ ਬਚ ਜਾਣ ਦੀ ਖੁਸ਼ੀ ਵਿੱਚ ਲੋਕ ਪਾਗਲ ਹੋਏ ਇੱਕ ਦੂਜੇ ਦਾ ਹੁਲੀਆ ਵਿਗਾੜ ਰਹੇ ਹੁੰਦੇ ਹਨ। ਜੇ ਇਹ ਅਨਹੋਣੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤਦ ਵੀ ਉਹ ਇੱਕ ਝੂਠ ਡਰਾਮਾ ਹੀ ਸੀ। ਉਸ ਦਿਨ ਨਾ ਮਰਿਆ, ਕੁਝ ਦਿਨ ਠਹਿਰ ਕੇ ਮਰ ਗਿਆ। ਜਿਉਣਾ ਸੱਚ ਤੇ ਨਾ ਬਣ ਸਕਿਆ। ਫਿਰ ਹਜ਼ਾਰਾਂ ਸਾਲਾਂ ਦੀ ਇੱਕ ਕਲਪਤ ਕਹਾਣੀ ਦਾ ਬਹਾਨਾ ਬਣਾ ਕੇ ਦੂਜਿਆਂ ਲਈ ਆਪ ਤਮਾਸ਼ਾ ਬਣੇ ਫਿਰਨਾ ਕੋਈ ਸਿਆਣਪ ਨਹੀਂ ਹੈ। ਸਿੱਖਾਂ ਲਈ ਅਜਿਹੇ ਗੰਦੇ ਸ਼ੁਗਲ ਵਿੱਚ ਪੈਣਾ ਸਿੱਖੀ ਸਰੂਪ ਦੀ ਬੇਅਦਬੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖਾਂ ਵਿੱਚ ਹੋਲੀਆਂ ਖੇਡਣ ਦੀ ਕੋਈ ਗੱਲ ਕਿਸੇ ਮਨਮਤੀ ਇਤਿਹਾਸਕਾਰ ਨੇ ਵੀ ਨਹੀਂ ਲਿਖੀ। ਹੋਲੀਆਂ ਬਾਰੇ ਸਤਿਗੁਰ ਦਾ ਫਰਮਾਨ ਇਸ ਪ੍ਰਕਾਰ ਹੈ। ਆਜ ਹਮਾਰੇ ਬਨੇ ਭਾਗ ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਪੰਨਾ 1180। ਅਰਥ, ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਮੇਰੇ ਅੰਦਰ ਮਾਨੋ ਫੱਗਣ ਦੀ ਹੋਲੀ ਬਣੀ ਪਈ ਹੈ। ਪ੍ਰਭੂ ਦੇ ਸੰਤ ਜਨ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਯਾਦ ਵਾਲੀ ਇਹ ਹੋਲੀ ਖੇਡਣ ਲੱਗ ਪਏ ਹਨ। ਹੇ ਭਾਈ, ਹੋਲੀ ਕੀ ਹੈ? ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ। ਸੰਤ ਜਨਾਂ ਦੀ ਸੰਗਤ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜਾ ਆਤਮਿਕ ਰੰਗ ਚੜ੍ਹ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਜਥੇਦਾਰ ਦੀ ਜਥੇਦਾਰੀ ਵਿੱਚ ਸਿੰਘਾਂ ਨੇ ਖਾਸ ਥਾਂ 'ਤੇ ਕਬਜ਼ਾ ਕਰਨ ਲਈ ਹਮਲਾ ਕਰਨਾ ਅਤੇ ਦੂਜੇ ਜਥੇ ਨੇ ਹੱਲਾ ਡੱਕਣਾ। ਆਪਸ ਵਿਚਲੀ ਇਸ ਬਨੌਟੀ ਜੰਗ ਵਿੱਚ ਦਸ਼ਮੇਸ਼ ਜੀ ਸਿੰਘਾਂ ਦੇ ਜੰਗੀ ਕਰਤੱਵ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿੱਖਿਆ ਬਖਸ਼ਦੇ ਅਤੇ ਚੰਗੇ ਭੁਲੱਥੇ ਬਾਜ਼ਾਂ ਨੂੰ ਬਖਸ਼ਿਸ਼ਾਂ ਨਾਲ ਨਿਵਾਜਿਆ ਕਰਦੇ ਸਨ। ਜਿਹੜਾ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਰੂਪਾ ਬਖਸ਼ਦੇ ਸਨ। ਹੋਲਗੜ੍ਹ ਵਿਖੇ ਦਸ਼ਮੇਸ਼ ਜੀ ਨੇ ਦੀਵਾਨ ਲਗਾ ਕੇ ਸੰਮਤ 1757 ਚੇਤਵਦੀ 1 ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ। ਪਰ ਅਫਸੋਸ ਹੈ ਕਿ ਸਤਿਗੁਰਾਂ ਵੱਲੋਂ ਚਲਾਈ ਗਈ ਕਿਸੇ ਇੱਕ ਵੀ ਰੀਤ ਨੂੰ ਅਸੀਂ ਖਾਲਸਾਈ ਰੂਪ ਵਿੱਚ ਨਹੀਂ ਰਹਿਣ ਦਿੱਤਾ ਹੋਇਆ। ਆਨੰਦਪੁਰ ਵਾਲਾ ਹੋਲਾ ਮਹੱਲਾ ਵੀ ਨਿਹੰਗਾਂ ਦੀ ਭੰਗ ਅਤੇ ਉਹਨਾਂ ਦੀਆਂ ਗਿਆਨਹੀਣ ਹਰਕਤਾਂ ਤੱਕ ਹੀ ਸੀਮਤ ਰਹਿ ਕੇ ਹਾਸੋਹੀਣਾ ਬਣ ਚੁੱਕਾ ਹੈ। ਸ਼ਾਸਤਰਾਂ ਦੀ ਸਿਖਲਾਈ ਵਾਲੀ ਅਤੇ ਚੜ੍ਹਦੀ ਕਲਾ ਵਾਲਾ ਆਤਮਿਕ ਬਲ ਦੇਣ ਵਾਲੀ ਰਸਮ ਨੂੰ ਪੰਥਕ ਤੌਰ 'ਤੇ ਅਣਗੌਲੀ ਕਰ ਦਿੱਤਾ ਗਿਆ ਹੋਇਆ ਹੈ। ਅੱਜ ਸਿੱਖ ਦੀ ਕੋਈ ਵੀ ਅਜਿਹੀ ਰਸਮ ਬਚੀ ਹੋਈ ਨਹੀਂ ਹੈ ਜਿਸ 'ਤੇ ਬ੍ਰਾਹਮਣੀ ਰੀਤਾਂ ਦਾ ਅਸਰ ਨਾ ਪਿਆ ਹੋਵੇ। ਅਗਿਆਨੀ ਸਿੱਖਾਂ ਦੇ ਘਰਾਂ ਵਿੱਚ ਵਿਪਰਨ ਕੀ ਰੀਤਾਂ ਦਾ ਪ੍ਰਵੇਸ਼ ਹੋਣ ਦੀ ਮੁੱਢਲੀ ਜ਼ਿੰਮੇਵਾਰੀ SGPC ਅਥਵਾ ਇਸ ਸਿਰਮੌਰ ਸੰਸਥਾ ਦੇ ਪ੍ਰਧਾਨ ਸਾਹਿਬ 'ਤੇ ਆਉਂਦੀ ਹੈ। ਧਾਰਮਿਕ ਸੰਸਥਾ ਦੇ ਬੁਰਕੇ ਹੇਠ ਜਿਹੜੇ ਜਥੇਦਾਰ ਸਿਆਸੀ ਲਾਭਾਂ ਮਗਰ ਰਾਤ ਦਿਨ ਦੀ ਭਟਕਣਾ ਵਿੱਚ ਪਏ ਪੰਥਕ ਸਰਮਾਇਆ ਬਰਬਾਦ ਕਰੀ ਜਾ ਰਹੇ ਹਨ, ਉਹੀ ਹਨ ਪੰਥ ਨੂੰ ਢਹਿੰਦੀਆਂ ਕਲਾ ਵੱਲ ਨੂੰ ਲੈ ਤੁਰਨ ਦੇ ਜ਼ਿੰਮੇਵਾਰ। ਨੋਟ ਪੜ੍ਹੋ।
ਸਰਬ ਉੱਚ ਪਦਵੀਆਂ ਦੇ ਮਾਲਕ ਬਣੀ ਬੈਠੇ ਸਤਿਕਾਰਤ ਜਥੇਦਾਰ ਸਾਹਿਬਾਨ ਦੀ ਸੇਵਾ ਵਿੱਚ ਲਿਖੀਆਂ ਚਿੱਠੀਆਂ ਜੋ ਇਸ ਪੁਸਤਕ ਦੇ ਅੱਡ-ਅੱਡ ਭਾਗਾਂ ਦਾ ਹਿੱਸਾ ਬਣ ਰਹੀਆਂ ਹਨ। ਅਰਬਾਂ ਖਰਬਾਂ ਦੇ ਜਿਸ ਸਰਮਾਏ ਨੂੰ ਨਿੱਜੀ ਚੌਧਰਾਂ ਨੂੰ ਚਮਕਾਉਣ ਲਈ ਖਰਚ ਕੀਤਾ ਜਾ ਰਿਹਾ ਹੈ, ਉਸ ਨਾਲ ਕੌਮ ਦੇ ਬੱਚੇ ਬੱਚੀ ਨੂੰ ਗੁਰਮਤਿ ਤੋਂ ਜਾਣੂ ਕਰਾਈ ਰੱਖਣ ਦੇ ਪੱਕੇ ਪ੍ਰਬੰਧ ਚਾਲੂ ਹੋ ਸਕਣੇ ਸਨ। ਜ਼ਰੂਰੀ ਸੀ ਕਿ ਬ੍ਰਾਹਮਣੀ ਪ੍ਰਚਾਰ ਦਾ ਅਸਰ ਘਟ ਕੇ ਅਲੋਪ ਹੀ ਹੋ ਜਾਂਦਾ ਅਤੇ ਖਾਲਸਾ ਫਿਰ ਆਪਣੀ ਨਿਆਰੀ ਨੁਹਾਰ ਅਤੇ ਨਿਆਰੇ ਆਚਰਣ ਦਾ ਮਾਲਕ ਬਣ ਜਾਂਦਾ। ਨਵੀਂ ਪਨੀਰੀ ਵਿੱਚ ਜਾਗਰਤ ਜ਼ਰੂਰ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਤਾਂ ਗ੍ਰੰਥੀ ਵੀ ਅਪਿੱਜ ਹੈ। ਸੰਗਤ ਨੂੰ ਗੁਰਮਤਿ ਗਿਆਨ ਕਿੱਥੋਂ ਮਿਲੇ? ਗੁਰਮਤਿ ਦੇ ਹਰ ਪੱਖ ਤੋਂ ਅਤੇ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦੇ ਸਿੱਖ ਇਤਿਹਾਸ ਤੋਂ ਅਥਵਾ ਗੁਰੂ ਇਤਿਹਾਸ ਤੋਂ ਪੂਰੇ ਜਾਣਕਾਰ ਗ੍ਰੰਥੀ ਸਿੰਘ ਪੈਦਾ ਕਰਨੇ ਸ਼੍ਰੋਮਣੀ ਜਥੇਦਾਰ ਸਾਹਿਬ ਜੀ ਦੀ ਜ਼ਿੰਮੇਵਾਰੀ ਸੀ। ਵਿਪਰ ਦੀ ਕੁਟਲ ਨੀਤੀ ਨਾਲ ਪੰਥ ਵਿੱਚ ਵਾੜੀ ਗਈ ਘਾਤਕ ਅਸਰਾਂ ਵਾਲੀ ਬਾਣੀ ਨੂੰ ਜਿਹੜੇ ਜਥੇਦਾਰ ਜੀ ਨੇ ਗੁਰਬਾਣੀ ਦੀ ਪਦਵੀ ਦੇਣਾ ਝੱਲਿਆ ਹੋਇਆ ਹੈ, ਉਹੀ ਜਥੇਦਾਰ ਪੰਥ ਵਿੱਚ ਵਿਪਰਨ ਕੀ ਰੀਤ ਵਾੜੀ ਜਾਣ ਦਾ ਪੱਕਾ ਦੋਸ਼ੀ ਹੈ। ਉਹੀ ਜਥੇਦਾਰ ਪੰਥ ਨੂੰ ਦਸ਼ਮੇਸ਼ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਕਰੀ ਜਾਣ ਦਾ ਜ਼ਿੰਮੇਵਾਰ ਹੈ। ਜਿਸ ਚੰਡਕਾ ਦਾ, ਜਿਸ ਕਾਲੀ ਦਾ, ਜਿਸ ਦੁਰਗਾ ਦਾ, ਜਿਸ ਭਵਾਨੀ ਦਾ, ਜਿਸ ਕਾਲਜੀ ਦਾ ਪਾਠ ਸਿੰਘ ਬੜੀ ਸ਼ਰਧਾ ਨਾਲ ਕਰਦਾ ਹੋਵੇ, ਉਸ ਦੀਆਂ ਬੱਚੀਆਂ ਨਵਰਾਤਰਿਆਂ ਵਿੱਚ ਦੇਵੀ ਪੂਜਾ ਕਿਵੇਂ ਨਾ ਕਰਨ। ਜਿਸ ਜਥੇਦਾਰ ਨੂੰ ਇਹ ਪਤਾ ਨਹੀਂ ਕਿ ਜਿਸ ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਗ੍ਰੰਥ ਵਿੱਚ ਆਪਣੇ ਹੱਥੀਂ ਇਹ ਬਚਨ ਲਿਖੇ ਹਨ, ਜੋ ਵਚਨ ਆਪਣੇ ਸਤਿਗੁਰਾਂ ਦੇ ਸ਼ਬਦ ਅਨੁਸਾਰ ਹੋਵੇ ਸੋਈ ਸੁਣੇ ਪੜ੍ਹੇ, ਗੁਰਾਂ ਦੇ ਸਿਧਾਂਤ ਤੋਂ ਬਿਨਾਂ ਹੋਰ ਬਚਨ ਨਾ ਸੁਣੇ। ਉਸੇ ਭਾਈ ਮਨੀ ਸਿੰਘ ਜੀ ਤੇ ਦਸਮ ਗ੍ਰੰਥ ਵਿਚਲੀ ਗੁਰਮਤਿ ਵਿਰੋਧੀ ਬਾਣੀ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਨਹੀਂ ਪੈ ਸਕਦੀ। ਪਿਆਰੇ ਖਾਲਸਾ ਜੀ, ਦੁਹਾਈ ਜੇ ਦਸ਼ਮੇਸ਼ ਜੀ ਦੇ ਨਾਮ ਦੀ, ਸੰਭਲੋ ਅਤੇ ਪਛਾਣੋ ਆਪਣੇ ਅਸਲੇ ਨੂੰ, ਮਾਰੋ ਹੰਬਲਾ ਅਤੇ ਬ੍ਰਾਹਮਣਵਾਦ ਨੂੰ ਵਗਾ ਮਾਰੋ ਅਤੇ ਆ ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਮਲ ਅਤੇ ਹਰ ਪੱਖੋਂ ਸੰਪੂਰਨ ਗਿਆਨ ਨਾਲ। ਸਤ ਦੀ ਸੰਗਤ ਕਰੋ, ਕੰਨ ਰਸ ਦੀ ਸੰਗਤ ਵਿੱਚੋਂ ਨਿਕਲੋ। ਅੱਜ ਗੁਰੂ ਦਰਬਾਰਾਂ ਵਿੱਚ ਕੰਨ ਰਸ ਹੀ ਪ੍ਰਧਾਨ ਹੋ ਚੁੱਕਾ ਹੈ। ਹਾਏ ਸ਼ੋਕ, ਜਿਹੜਾ ਗੁਰੂ ਦੁਨੀਆ ਦੇ ਸਾਰੇ ਅਵਤਾਰਾਂ ਤੇ ਰਹਿਬਰਾਂ ਨਾਲੋਂ ਨਿਰਾਲੀ ਆਨ ਸ਼ਾਨ ਵਾਲਾ ਹੈ, ਜਿਸ ਸਤਿਗੁਰੂ ਜੀ ਦਾ ਨਾਰਾ ਗਿਆਨ ਮਨੁੱਖ ਨੂੰ ਪਰਮ ਸੁੱਖ ਨਾਲ ਜੋੜ ਦੇਣ ਦੀ ਸ਼ਕਤੀ ਵਾਲਾ ਹੈ, ਜਿਸ ਗੁਰੂ ਜੀ ਦੀ ਸਿੱਖਿਆ ਮਨੁੱਖ ਨੂੰ ਦੇਵਤਾ ਬਣਾ ਦੇਣ ਦੇ ਸਮਰੱਥ ਹੈ, ਜਿਸ ਗੁਰੂ ਪਰਮੇਸ਼ਰ ਦਾ ਉਪਦੇਸ਼ ਮਨੁੱਖਾਂ ਨੂੰ ਸ੍ਰੇਸ਼ਟ ਗੁਣਾਂ ਵਾਲਾ ਸੰਤ ਸੂਰਮਾ ਅਤੇ ਹਰ ਮੈਦਾਨ ਵਿੱਚ ਫਤਿਹ ਪਾ ਸਕਣ ਵਾਲੀ ਚੜ੍ਹਦੀ ਕਲਾ ਦਾ ਮਾਲਕ ਬਣਾਉਂਦਾ ਹੈ, ਉਸ ਸੱਚੇ ਗੁਰੂ ਦਾ ਸਿੱਖ ਕੱਖੋਂ ਹੌਲਾ ਹੁੰਦਾ ਜਾ ਰਿਹਾ ਹੈ। ਸਭ ਤੋਂ ਦੁਖਦਾਈ ਹਾਲਤ ਇਹ ਹੈ ਕਿ ਵਾਸਤਵ ਵਿੱਚ ਢਹਿੰਦੀਆਂ ਕਲਾ ਵੱਲ ਨੂੰ ਚਾਲੇ ਪਾ ਚੁੱਕਾ ਖਾਲਸਾ ਆਪਣੇ ਆਪ ਨੂੰ ਚੜ੍ਹਦੀ ਕਲਾ ਦਾ ਮਾਲਕ ਸਮਝੀ ਜਾਣ ਵਾਲੇ ਦੁਖਦਾਈ ਭਰਮ ਵਿੱਚ ਫਸਿਆ ਦੂਜਿਆਂ ਨੂੰ ਦੋਸ਼ੀ ਆਖੀ ਜਾਣ ਵਿੱਚ ਸੁੱਖ ਮਾਣ ਰਿਹਾ ਹੈ। ਬ੍ਰਾਹਮਣੀ ਰੀਤਾਂ ਦੇ ਪ੍ਰਭਾਵ ਨੇ ਇੰਨੀ ਮੱਤ ਮਾਰ ਲਈ ਹੈ ਕਿ ਅੱਜ ਸਿੱਖ ਆਪਣੇ ਅੰਦਰ ਝਾਤੀ ਮਾਰ ਕੇ ਅੰਦਰ ਦੀ ਘਾਟ ਦਾ ਕਾਰਨ ਸਮਝਣ ਜੋਗਾ ਨਹੀਂ ਰਿਹਾ। ਆਓ ਆਪਣੇ ਗੁਰੂ ਦੀ ਚੇਤਾਵਨੀ ਵੱਲ ਧਿਆਨ ਦੇ ਕੇ ਆਪਣਾ ਆਪਾ ਪਰਖੀਏ। ਸਰੀਰ ਅਤੇ ਆਤਮਾ ਦੀ ਪਾਲਣਾ ਕਰਦੇ ਰਹਿਣ ਦਾ ਵਡਮੁੱਲਾ ਉਪਦੇਸ਼। ਘਟ ਵਸੇ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ, ਤਿਸ ਦੇਹੀ ਕੋ ਪਾਲ। ਪੰਨਾ 554। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।